ਦੋਸਤੋ ਸਾਥੀਓ ਤੇ ਮਿੱਤਰੋ, मैं ਤੁਹਾਡੇ ਨਾਲ ਪੰਜਾਬ ਦੇ ਬਾਰੇ 'ਚ ਕੁਝ ਗੱਲਾਂ ਕਰਨਾ ਚਾਹੁੰਦਾ। ਅਗਰ ਪੰਜਾਬੀ ਤੁਹਾਡੀ ਜ਼ੁਬਾਨ ਹੈ ਤੇ ਪੰਜਾਬ ਦੇ ਤੁਸੀਂ ਰਹਿਣ ਵਾਲੇ ਹੋ ਤੇ ਇਹ ਵੀਡੀਓ ਤੁਹਾਡੇ ਲਈ ਹੈ। ਅਗਰ ਤੁਸੀਂ ਪੰਜਾਬ ਤੇ ਪੰਜਾਬੀ ਦੇ ਬਾਰੇ 'ਚ ਜਾਣਨਾ ਚਾਹੁੰਦੇ ਹੋ ਤੇ ਫਿਰ ਵੀ ਵੀਡੀਓ ਤੁਹਾਡੇ ਲਈ ਹੈ। ਅਗਰ ਤੁਸੀਂ ਦਾ ਕਿਸੇ ਹੋਰ ਇਲਾਕੇ ਨਾਲ ਤਾਲੁਕ ਹੈ ਔਰ ਤੁਸੀਂ ਪੰਜਾਬੀ ਵੀ ਨਹੀਂ ਸਮਝਦੇ ਹੋ ਤੇ ਫਿਰ ਸ਼ਾਇਦ ਤੁਹਾਡੀਆਂ ਕੁਝ ਸੋਚਾਂ ਨੂੰ ਵਾਜਾਂ ਦੇਗੀ ਮੇਰੀ ਇਹ ਗੱਲ, ਤੇ ਤੁਸੀਂ ਥੋੜੀ ਕੋਸ਼ਿਸ਼ ਕਰਕੇ ਪੰਜਾਬੀ ਨੂੰ ਸਮਝਣ ਦੀ ਭਾਰ ਚੁੱਕ ਲਓ ਤੇ ਇਹ ਵੀਡੀਓ ਤੁਹਾਡੇ ਲਈ ਵੀ ਹੋ ਸਕਦੀ ਹੈ। ਹੁਣ 2022 ਆ ਗਿਆ ਤੇ ਪੰਜਾਬ ਦੇ ਬਾਰੇ 'ਚ ਗੁਫ਼ਤਗੂ ਜਾਂ ਪੰਜਾਬ ਦੇ ਬਾਰੇ 'ਚ ਗੱਲ ਬਹੁਤ ਹੀ ਘੱਟ ਹੋ ਰਹੀ ਹੈ, ਬਲਕਿ ਹੋ ਹੀ ਨਹੀਂ ਰਹੀ। मैं यूट्यूब ਤੇ ਪੰਜਾਬੀ ਦੇ ਨਾਂ ਨਾਲ ਕੋਸ਼ਿਸ਼ ਕੀਤੀ ਕਿ ਕੋਈ ਚੀਜ਼ ਮੈਨੂੰ ਲੱਭ ਜਾਏ, ਲੇਕਿਨ ਪੰਜਾਬੀ ਫਿਲਮ ਲੱਭ ਗਈ, ਪੰਜਾਬੀ ਗਾਣੇ ਲੱਭ ਗਏ, ਲੇਕਿਨ ਪੰਜਾਬ ਦੇ ਬਾਰੇ 'ਚ ਗੱਲ ਕੋਈ ਨਾ ਲੱਭੀ। ਪੰਜਾਬ ਇਹ ਉਹ ਜ਼ਮੀਨ ਦਾ ਟੋਟਾ ਜਿਸ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ ਗਿਆ ਤੇ ਪੰਜਾਬ ਦੇ ਵਿੱਚ ਕੋਈ ਇਹ ਜਿਹਾ ਲੀਡਰ ਨਹੀਂ ਸੀ ਜਿਹੜਾ ਪੰਜਾਬ ਦੇ ਬਾਰੇ 'ਚ ਗੱਲ ਕਰਦਾ ਵੀ ਇਸ ਨੂੰ ਤਕਸੀਮ ਨਹੀਂ ਹੋਣਾ। ਬੰਗਾਲ ਵੀ ਇਸੇ ਤਰ੍ਹਾਂ ਹੀ ਹੋਇਆ ਕਿ ਉਸ ਨੂੰ ਵੀ ਦੋ ਹਿੱਸਿਆਂ 'ਚ ਵੰਡ ਦਿਆ ਗਿਆ। ਉਹਦੇ ਬਾਰੇ ਕਿਸੇ ਨੇ ਗੱਲ ਕੀਤੀ ਜਾਂ ਨਾ ਕੀਤੀ, ਉਹਦੇ ਬਾਰੇ 'ਚ ਮੈਂ ਜ਼ਿਆਦਾ ਕੁਝ ਜਾਣਦਾ ਨਹੀਂ, ਲੇਕਿਨ ਪੰਜਾਬ ਦੇ ਬਾਰੇ 'ਚ ਕਿਸੇ ਨੇ ਕੋਈ ਗੁਫ਼ਤਗੂ ਨਹੀਂ ਕੀਤੀ ਕਿ ਪੰਜਾਬ ਵੰਡਿਆ ਗਿਆ, ਕਿਉਂ ਵੰਡਿਆ ਗਿਆ, ਪੰਜਾਬ ਦੇ ਵਿੱਚ ਇਹ ਕਿਸ ਮਜ਼ਹਬ ਦੀ ਬੁਨਿਆਦ 'ਤੇ ਤਕਸੀਮ ਕਿਉਂ ਹੋਈ। ਪੰਜਾਬ ਇਹ ਇਸ ਚੀਜ਼ ਨੂੰ ਡਿਜ਼ਰਵ ਕਰਦਾ ਸੀ ਜਾਂ ਇਹ ਪੰਜਾਬ ਦੇ ਬਾਰੇ 'ਚ ਗਲਤ ਹੋਇਆ। ਇਸ 'ਤੇ ਹਾਲਾਂ ਤੱਕ ਮੇਰੀ ਨਜ਼ਰ ਤੋਂ ਕੋਈ ਚੀਜ਼ ਨਹੀਂ ਗੁਜ਼ਰੀ। ਕੋਈ ਸਾਥੀ ਇਸ 'ਤੇ ਰੋਸ਼ਨੀ ਪਾ ਸਕਣ ਤੇ ਉਹਨਾਂ ਦੀ ਮਿਹਰਬਾਨੀ ਕਿ ਉਹ ਇਸ ਗੁਫ਼ਤਗੂ ਦੇ ਵਿੱਚ ਸ਼ਾਮਲ ਹੋਣ ਤੇ ਸਾਡੇ ਨਾਲ ਜੋੜਨ ਔਰ ਜੁੜ ਕੇ ਦੱਸਣ ਵੀ ਇਹਦੇ ਬਾਰੇ 'ਚ ਉਹਨਾਂ ਦੀ ਕੀ ਰਾਏ। ਲੇਕਿਨ ਮੈਂ ਜਿਹੜੀ ਗੱਲ ਕਰਨਾ ਚਾਹੁੰਦਾ ਉਹ ਪੰਜਾਬ ਦੇ ਬਾਰੇ 'ਚ ਇਹ ਕਰਨਾ ਚਾਹੁੰਦਾ ਕਿ ਪੰਜਾਬ ਜਿਹੜਾ ਅੱਜ ਤੋਂ ਕੁਝ ਸਾਲ ਪਹਿਲੇ, ਕਿਉਂਕਿ ਜ਼ਿੰਦਗੀ ਤੁਸੀਂ ਦੇਖੋ ਨਾ ਕਿ ਜਿਉਂ ਜਿੰਨੇ ਵਰੇ ਤੁਸੀਂ ਅੱਗੇ ਜੀਂਦੇ ਜਾਂਦੇ ਹੋ, ਤੁਸੀਂ ਕਈ ਤਰ੍ਹਾਂ ਦੀ ਜ਼ਿਹਨੀ ਯਾਨੀ ਮੰਜ਼ਲਾਂ ਨੂੰ ਤੁਸੀਂ ਤੈਅ ਕਰਦੇ ਹੋ ਜਾਂ ਤੁਹਾਡੇ ਜ਼ਿਹਨ 'ਚ ਕਈ ਤਰ੍ਹਾਂ ਦੇ ਖਿਆਲ ਆਉਂਦੇ। ਹੁਣ 50 ਵਰਿਆਂ ਤੋਂ ਜ਼ਿਆਦਾ ਟਾਈਮ ਤੇ ਮੈਂ ਵੀ ਇੱਥੇ ਗੁਜ਼ਾਰ ਚੁੱਕਿਆ। ਮੈਨੂੰ ਇਹ ਅਹਿਸਾਸ ਹੁੰਦਾ ਵੀ ਜਿਹੜਾ ਪੰਜਾਬ ਮੇਰੇ ਬਚਪਨ ਵਿੱਚ ਸੀ ਉਹ ਪੰਜਾਬ ਹੁਣ ਨਹੀਂ ਰਿਹਾ। ਮਾਡਰਨ ਹੋ ਗਈ ਇਹ ਦੁਨੀਆ ਤੇ ਇਹਦੇ ਵਿੱਚ ਹਰਜ ਕੋਈ ਨਹੀਂ ਬਈ ਤੁਸੀਂ ਮਾਡਰਨ ਹੋ ਜਾਓ, ਲੇਕਿਨ ਆਪਣੇ ਰਹਿਣ ਸਹਿਣ ਦੇ ਤਰੀਕੇ, ਆਪਣੇ ਖਾਣ ਪੀਣ ਦੇ ਤਰੀਕੇ, ਆਪਣੇ ਬੋਲਣ ਚਾਲਣ ਦੇ, ਵਿਆਹ ਸ਼ਾਦੀਆਂ, ਗਮੀ ਖੁਸ਼ੀ, ਉਹ ਸਾਰੇ ਹੀ ਅਸਾਂ ਨੇ ਬਦਲਾ ਦਿੱਤੇ। ਹੁਣ ਤੇ ਪੰਜਾਬ ਜਿਹੜਾ ਉਹਨੂੰ ਢੂੰਡਣਾ ਪੈਂਦਾ ਤੇ ਉਹ ਮਿਲਦਾ ਕੋਈ ਨਹੀਂ, ਮਾਂ ਸਿਵਾਏ ਕਿਸੇ ਡਰਾਮੇ ਜਾਂ ਕਿਸੇ ਫਿਲਮ ਦੇ ਵਿੱਚ ਮਿਲ ਜਾਏ, ਕਿਉਂਕਿ ਉੱਥੇ ਸੈੱਟ ਲਾਇਆ ਜਾਂਦਾ ਔਰ ਉਸ ਦੇ ਵਿੱਚ ਉਹ ਚੀਜ਼ਾਂ ਦਿਖਾਈਆਂ ਜਾਂਦੀਆਂ। ਪੰਜਾਬੀ ਜ਼ਬਾਨ ਜਿਹੜੀ ਹੈ ਉਸ ਨੂੰ ਬੋਲਣੇ ਵਾਲੇ ਲੋਕ ਦੂਜੀਆਂ ਬੋਲੀਆਂ ਬੋਲਦੇ ਨੇ ਤੇ ਆਪਣੀ ਬੋਲੀ ਜਿਹੜੀ ਹੈ ਉਹ ਆਪਣੇ ਬੱਚਿਆਂ ਨੂੰ ਵੀ ਨਹੀਂ ਸਿਖਾਉਂਦੇ। ਮੈਂ ਕਿਸੇ ਦੇ ਉੱਤੇ ਦੀ ਕੀ ਇਲਜ਼ਾਮ ਜਾਂ ਉਸ ਦੇ ਉੱਤੇ ਦੀ ਕਹਾਂ ਵੀ ਉਹ ਨਹੀਂ ਸਿਖਾਉਂਦੇ। ਮੈਂ ਆਪਣੇ ਬੱਚਿਆਂ ਨੂੰ ਕੋਸ਼ਿਸ਼ ਕਰ ਰਿਹਾ ਕਿ ਉਹ ਸਿੱਖ ਜਾਣ, ਲੇਕਿਨ ਹਾਲਾਂ ਤੱਕ ਉਹਦੇ 'ਚ ਕਾਮਯਾਬੀ ਨਹੀਂ ਹੋਈ। ਪੰਜਾਬੀ ਖਾਣੇ ਜਿਹੜੇ ਅਸੀਂ ਬਚਪਨ ਵਿੱਚ ਖਾਂਦੇ ਸਾਂ ਉਹ ਹੁਣ ਖਾਣੇ ਹੀ ਖਤਮ ਹੋ ਗਏ। ਹੁਣ ਉਹਨਾਂ ਦੀ ਜਗ੍ਹਾ ਪਾਸਤੇ ਤੇ ਨੂਡਲ ਤੇ ਪਤਾ ਨਹੀਂ ਹੋਰ ਕਿਹੜੀਆਂ ਚੀਜ਼ਾਂ ਸਾਡੇ ਘਰਾਂ ਦੇ ਵਿੱਚ ਇਸ ਤਰ੍ਹਾਂ ਵੜ ਗਈਆਂ ਜਿਸ ਤਰ੍ਹਾਂ ਕੁਝ 100 ਸਾਲ ਪਹਿਲੇ ਅੰਗਰੇਜ਼ੀ ਵੜੀ ਤੇ ਪੰਜਾਬੀ ਜ਼ਬਾਨ ਨੂੰ ਇਤਨਾ ਕਮਜ਼ੋਰ ਤੇ ਇੰਨਾ ਹਕੀਰ ਨਜ਼ਰਾਂ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਔਰ ਫਿਰ ਉਹ ਕਾਮਯਾਬ ਵੀ ਹੋ ਗਏ। ਹੁਣ ਤੁਸੀਂ ਦੇਖੋ ਨਾ ਕਿ ਪੰਜਾਬ ਦੇ ਬੱਚੇ ਉਹ ਪੰਜਾਬੀ ਜ਼ਬਾਨ ਨਹੀਂ ਬੋਲਣਗੇ, ਹਾਲਾਂਕਿ ਇੱਥੇ ਪਾਕਿਸਤਾਨ ਦੇ ਵਿੱਚ ਪੰਜਾਬ ਦੇ ਨਾਲ KPK ਹੈ ਨਾ ਜਿਹਦੇ ਪਠਾਨ ਰਹਿੰਦੇ, ਉਹਨਾਂ ਦੀ ਜ਼ਬਾਨ ਹੈ ਪਸ਼ਤੋ, ਤੇ ਉਹ ਆਪਣੇ ਬੱਚਿਆਂ ਨੂੰ ਵੀ ਪਸ਼ਤੋ ਸਿਖਾਉਂਦੇ ਨੇ ਤੇ
ਜਦੋਂ ਦੋ ਪਠਾਨ ਮਿਲਣਗੇ ਤੇ ਉਹ ਆਪਣੀ ਪਸ਼ਤੋ 'ਚ ਗੱਲ ਕਰਨਗੇ। ਫਿਰ ਸਾਡੇ ਨਾਲ ਜੁੜਦਾ ਸਿੰਧ ਦਾ ਸੂਬਾ, ਤੇ ਦੋ ਸਿੰਧੀ ਜਦੋਂ ਮਿਲਣਗੇ ਤੇ ਉਹ ਆਪਣੀ ਜ਼ਬਾਨ ਸਿੰਧੀ ਬੋਲਣਗੇ। ਬਲੋਚਿਸਤਾਨ ਦਾ ਵੀ ਇਹ ਹਾਲ ਹੈ ਵੀ ਉਹ ਆਪਣੀ ਜ਼ਬਾਨ, ਲੇਕਿਨ ਪੰਜਾਬ ਦੇ ਵਿੱਚ ਮਾਵਾਂ ਆਪਣੇ ਬੱਚੇ ਨੂੰ ਸਕੂਲ ਛੱਡਣ ਸਵੇਰੇ ਜਾਣਗੀਆਂ ਤੇ ਬਾਏ ਬਾਏ ਟਾਟਾ ਬੋਲ ਰਹੀਆਂ ਹਨ, ਤੇ ਆਪਸ ਵਿੱਚ ਜਿਹੜੀ ਗੁਫ਼ਤਗੂ ਕਰ ਰਹੇ ਸਨ, ਯਾਨੀ ਬੱਚੇ ਦੇ ਸਾਹਮਣੇ ਉਹਦੇ ਮਾਪੇ, ਉਹ ਜਾਂ ਤਾਂ ਅੰਗਰੇਜ਼ੀ 'ਚ ਕਰਸਨ ਤੇ ਜਾਂ ਫਿਰ ਉਰਦੂ 'ਚ ਕਰ ਲਸਨ, ਤੇ ਜਾਂ ਕੋਈ ਹੋਰ ਜ਼ਬਾਨ ਆਉਂਦੀ ਤਾਂ ਉਹਦੇ 'ਚ ਕਰਸਨ। ਤੇ ਇਹ ਪੰਜਾਬ ਦੇ ਨਾਲ ਅਸੀਂ ਵਫਾਦਾਰੀ ਕਰ ਰਹੇ ਹਾਂ ਜਾਂ ਅਸੀਂ ਪੰਜਾਬ ਦੇ ਨਾਲ ਬੇਵਫਾਈ ਕਰ ਰਹੇ ਹਾਂ? ਇਹ ਇੱਕ ਸਵਾਲ ਹੈ ਜਿਸ ਨੂੰ ਹਰ ਕਿਸੇ ਕੋਲੋਂ ਪੁੱਛਣਾ ਵੀ ਚਾਹੀਦਾ, ਔਰ ਪਹਿਲੇ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਵੀ ਮੈਂ ਕਰ ਕੀ ਰਿਹਾ, ਮੇਰੇ ਘਰ 'ਚ ਕੀ ਹੋ ਰਿਹਾ। ਮੈਂ ਆਪਣੇ ਮਾਂ ਬੋਲੀ ਤੇ ਆਪਣੇ ਰਹਿਣ ਸਹਿਣ ਦੇ ਤਰੀਕੇ ਤੇ ਆਪਣੇ ਘਰ ਦੇ ਵਿੱਚ ਮੈਂ ਸ਼ਊਰ ਦੀ ਕਿਹੜੀ ਮੰਜ਼ਿਲ 'ਤੇ ਪਹੁੰਚਿਆ। ਮੈਨੂੰ ਇੱਕ ਹੋਰ ਚੀਜ਼ ਦਾ ਵੀ ਅਹਿਸਾਸ ਹੋ ਰਿਹਾ ਕਿ ਪੰਜਾਬੀ ਬੋਲਣ ਦੇ ਵਿੱਚ ਸ਼ਾਇਦ ਕਈ ਇਹੋ ਜਿਹੇ ਲਫ਼ਜ਼ ਹੋ ਜਾਣ ਕਿ ਜਿਹੜੇ ਪੰਜਾਬੀ ਦੇ ਹੋਰ ਹੋਣ ਤੇ ਮੈਂ ਉਰਦੂ ਦੇ ਇਸਤੇਮਾਲ ਕਰ ਜਾਵਾਂ। ਤੇ ਇਸ ਦੇ ਵਿੱਚ ਵੀ ਤਾਂ ਮੇਰੀ ਨਲਾਇਕੀ ਸ਼ਾਮਿਲ ਹੈ, ਕਿਉਂਕਿ ਮੇਰੇ ਵਾਲਿदैन ਯਾਨੀ ਮੇਰੇ ਮਾਂ ਤੇ ਮੇਰੇ ਵਾਲਿਦ, ਉਹ ਤੇ ਆਪਸ ਵਿੱਚ ਵੀ ਪੰਜਾਬੀ ਬੋਲਦੇ ਸਨ ਤੇ ਪੜ੍ਹੇ ਲਿਖੇ ਵੀ ਐ ਸਨ ਜਿੰਨੀ ਉਸ ਵਕਤ ਤਾਲੀਮ ਹੁੰਦੀ ਸੀ, ਤੇ ਉਹਨਾਂ ਨੇ ਕਦੀ ਇਸ ਚੀਜ਼ 'ਤੇ ਨਾ ਸਨ ਸ਼ਰਮਾਏ ਕਿ ਉਹ ਪੰਜਾਬੀ ਕਿਉਂ ਬੋਲ ਰਹੇ। ਤੇ ਹੁਣ ਅਗਰ ਮੇਰੀ ਕਈ ਜਗ੍ਹਾ 'ਤੇ ਉਰਦੂ ਦੇ ਲਫ਼ਜ਼ ਆ ਗਏ ਪੰਜਾਬੀ ਦੇ, ਯਾਨੀ ਮੈਂ ਉਹਦਾ ਲਫ਼ਜ਼ ਨਹੀਂ ਆਉਂਦਾ, ਤੇ ਇਹਦਾ ਮਤਲਬ ਹੈ ਕਿ ਇਹਦੇ 'ਚ ਮੇਰੀ ਕਮਜ਼ੋਰੀ ਹੋਗੀ, ਤੇ ਮੈਨੂੰ ਵੀ ਤਾਂ ਕੁਝ ਸਿੱਖਣ ਦੀ ਜ਼ਰੂਰਤ ਹੈ, ਮੈਨੂੰ ਵੀ ਤਾਂ ਕੁਝ ਤਸਲੀਮ ਕਰਨ ਦੀ ਜ਼ਰੂਰਤ ਹੈ ਕਿ ਮੈਂ ਚਲੋ ਇਹ ਤਾਂ ਮੰਨ ਲਾਂ ਕਿ ਮੈਂ ਆਪਣੀ ਪੰਜਾਬੀ ਦੇ ਨਾਲ ਉਹ ਮੁਹੱਬਤ, ਉਹ ਲਗਾਓ, ਉਹਦੇ ਨਾਲ ਪਿਆਰ ਮੈਂ ਨਹੀਂ ਦੱਸ ਸਕਿਆ, ਜਾਂ ਮੈਂ ਉਹ ਕਰ ਹੀ ਨਹੀਂ ਸਕਿਆ ਜਿਸ ਨੂੰ ਮੈਨੂੰ ਕਰਨਾ ਚਾਹੀਦਾ ਸੀ। ਲੇਕਿਨ ਮੈਂ ਵੀ ਕੀ ਕਰਦਾ ਕਿ ਚੰਨ ਨੂੰ ਰੋਟੀ ਰੋਟੀ ਕਰਦੇ ਇੰਨੇ ਵਰੇ ਲੰਘ ਗਏ। ਜਿਹੜੇ ਪੜ੍ਹਾਉਣ ਵਾਲੇ ਸਨ ਜਾਂ ਮਾਪੇ ਸਨ, ਉਹਨਾਂ 'ਚ ਵੀ ਇਤਨੀ ਸਮਝ ਨਹੀਂ ਸੀ, ਜਾਂ ਆਪਣੇ ਰਿਸ਼ਤੇਦਾਰ ਸਨ, ਉਹ ਵੀ ਇਸ ਚੀਜ਼ ਨੂੰ ਸਮਝ ਹੀ ਨਹੀਂ ਸਕੇ ਵੀ ਅਸੀਂ ਆਪਣੇ ਪੰਜਾਬ ਔਰ ਆਪਣੀ ਮਾਂ ਬੋਲੀ ਔਰ ਆਪਣੇ ਰਹਿਣ ਸਹਿਣ ਦੇ ਤਰੀਕੇ, ਗਮੀ ਖੁਸ਼ੀ ਦੇ ਤਰੀਕੇ, ਉਹਨਾਂ ਦੇ ਉੱਤੇ ਦੀ ਅਸੀਂ ਕੋਈ ਕੰਮ ਕਰੀਏ ਔਰ ਅਸੀਂ ਆਪਣੇ ਬੱਚਿਆਂ ਨੂੰ ਔਰ ਆਪਣੀ ਨਸਲਾਂ ਨੂੰ ਦੱਸੀਏ ਵੀ ਅਸੀਂ ਕਿੰਨੇ ਵਧੀਆ ਤੇ ਸਾਡੇ ਅੰਦਰ ਕਿਹੜੀ ਕਿਹੜੀ ਖੂਬੀ ਪਾਈ ਜਾਂਦੀ ਹੈ। ਅਸੀਂ ਉਹ ਬਿਲਕੁਲ ਕਰ ਹੀ ਨਹੀਂ ਸਕੇ। ਹੁਣ ਤੁਸੀਂ ਯਕੀਨ ਜਾਣੋ ਵੀ ਪਹਿਲੇ ਦੇ ਢੋਲ ਬਚਪਨ ਵਿੱਚ ਅਸੀਂ ਅੱਗੇ ਪਿੱਛੇ ਸੁਣਦੇ ਰਹਿੰਦੇ ਸਾਂ, ਹੁਣ ਐਵੇਂ ਟਾਵੇਂ ਟਾਵੇਂ ਨਾ ਕਿਤੇ ਵਿਆਹ ਸ਼ਾਦੀ 'ਤੇ ਕੋਈ ਢੋਲ ਅਤੇ ਪੰਜਾਬ ਦੀ ਜਿਹੜੀ ਉਹ ਪੀਪਣੀਆਂ ਉਹਨਾਂ ਦੀ ਆਵਾਜ਼ ਸੁਣਾਈ ਦੇ ਤਾਂ ਦਿਲ ਕਰਦਾ ਅੰਦਰੋਂ ਬਈ ਸੜਕ 'ਤੇ ਗੱਡੀ ਖਲਾ, ਮੋਟਰਸਾਈਕਲ ਖਲਾ ਜਾਂ ਪੈਦਲ ਜਾ ਰਹੇ ਹੋ ਤਾਂ ਉੱਥੇ ਹੀ ਡਾਂਸ ਕਰਨਾ ਸ਼ੁਰੂ ਕਰ ਦਈਏ ਕਿ ਪੰਜਾਬ ਦੇ ਇੰਨੇ ਵਿਰਾਗੇ ਹੋ ਗਏ। ਲੇਕਿਨ ਪੰਜਾਬ ਵਾਸਤੇ ਤੁਸੀਂ ਇੱਕ ਕੋਨੇ ਤੋਂ ਦੂਜੇ ਕੋਨੇ 'ਚ ਟੁਰ ਜਾਓ, ਯਾਨੀ ਤੁਸੀਂ ਪਿੰਡ ਪਿੰਡ ਫਿਰਦੇ ਰਹੋ ਤੇ ਤੁਹਾਨੂੰ ਪੰਜਾਬ ਦੀ ਅਸਲ ਜਿਹੜੀ ਹਕੀਕਤ ਹੈ ਉਹ ਤੁਹਾਨੂੰ ਨਜ਼ਰ ਨਹੀਂ ਆ ਸਕਦੀ। ਫਿਰ ਪੰਜਾਬ ਦੇ ਹੋਰ ਬੜੇ ਮਸਾਇਲ ਹਨ ਕਿ ਸਾਡੇ ਜਿਹੜੇ ਉੱਧਰ ਇੰਡੀਆ ਵਾਲੇ ਪਾਸੇ ਪੰਜਾਬ ਹੈ, ਉਹਦੇ 'ਚ ਬਹੁਤ ਸਾਰੇ ਸਰਦਾਰ ਭਾਈ ਪੰਜਾਬ ਨੂੰ ਛੋੜੀ ਤੇ ਕੈਨੇਡਾ ਤੇ ਪਤਾ ਨਹੀਂ ਕਿੱਧਰ ਕਿੱਧਰ ਚਲੇ ਗਏ ਤੇ ਪੰਜਾਬ ਕਿਸੇ ਹੋਰ ਦੇ ਹਵਾਲੇ ਕਰ। ਤੇ ਇੱਧਰ ਵੀ ਪਾਕਿਸਤਾਨ ਵਾਲੇ ਪਾਸੇ ਵੀ ਪੰਜਾਬ ਦੀ ਇਹ ਸੂਰਤ ਹਾਲ ਹੈ ਕਿ ਤੁਸੀਂ ਦੇਖੋ ਕਿ ਰਹਿਣ ਦੇ ਤਰੀਕੇ, ਯਾਨੀ ਜਿਹੜੀ ਇਮਾਰਤਾਂ ਅਸੀਂ ਬਣਾਉਂਦੇ ਹਾਂ, ਯਾਨੀ ਜਿਹੜੇ ਅਸੀਂ ਮਕਾਨ ਬਣਾਉਂਦੇ ਹਾਂ, ਉਹਨਾਂ ਮਕਾਨਾਂ ਦੇ ਵਿੱਚ ਉਹ ਅੱਗੇ ਬਰਾਂਡਾ ਤੇ ਪਿੱਛੇ ਕਮਰਾ ਤੇ ਬਾਹਰ ਕੁਠਿਆਲੀ ਤੇ ਖੁੱਲ੍ਹਾ ਕੱਚਾ ਵਿਹੜਾ, ਤੇ ਵਿਹੜੇ ਦੇ ਵਿੱਚ ਜਿਹੜੇ ਘਰ ਅਸੀਂ ਮੁਰਗੀਆਂ ਤੇ ਦੂਜੇ ਗਾਵਾਂ ਮੱਝਾਂ ਰੱਖਦੇ ਸਾਂ, ਸਾਡਾ ਉਹ ਹੁਣ ਹਿਸਾਬ ਹੀ ਕੋਈ ਨਹੀਂ ਰਿਹਾ। ਅਸੀਂ ਤਾਂ ਹੁਣ ਇਸ ਤਰ੍ਹਾਂ ਹੋ ਗਏ ਹਾਂ ਕਿ ਅਸੀਂ ਕਹਿੰਦੇ ਹਾਂ ਹੁਣ ਅਸੀਂ ਫਾਰਮ ਹਾਊਸ ਚੱਲੇ ਜੀ।
ਉਹ ਕਿੱਥੇ ਜੀ, ਉਹ ਫਾਰਮ ਹਾਊਸ ਜੀ, ਉਹ ਪਰੇ ਪਾਸੇ ਅਸਾਂ ਨੇ ਕੋਈ 4-6 ਕਨਾਲ ਜਾਂ 50 ਕਨਾਲ, ਜਿੰਨੀ ਕਿਸੇ ਦੀ ਤੌਫੀਕ ਹੋਵੇ ਉਨੀ ਉਹਨੇ ਜ਼ਮੀਨ ਲਈ ਹੈ, ਅਤੇ ਉੱਥੇ ਜਾ ਕੇ ਉਹ ਫਾਰਮ ਹਾਊਸ ਕਰ ਰਿਹਾ। ਉਹ ਵੀ ਸਾਡਾ ਆਪਣਾ ਯਾਨੀ ਤਰੀਕਾ ਨਹੀਂ ਹੈ ਜਿਸ ਤਰੀਕੇ ਦਾ ਅਸੀਂ ਕਰਦੇ ਹਾਂ, ਬਲਕਿ ਉਹ ਅੰਗਰੇਜ਼ਾਂ ਦੀ ਫਿਲਮਾਂ ਤੋਂ ਤੱਕ ਕੇ ਨਾ, ਉਹ ਕੌਬਾਏ ਦੀ ਉੱਥੇ ਹੈਡ ਪਾਸਨ, ਫਿਰ ਉੱਥੇ ਜਾ ਕੇ ਉਹਨਾਂ ਨੇ ਉਹ ਵੱਡੀ ਵੱਡੀਆਂ ਦੀਆਂ ਖੁਰਲੀਆਂ ਬਣਾ ਕੇ ਉਹਨਾਂ ਦੇ ਨਾਲ ਬਾਂਸ ਠੋਕ ਕੇ, ਅਤੇ ਆਪਣੇ ਡੰਗਰ ਇਸ ਤਰ੍ਹਾਂ ਰੱਖੇ ਹੋ ਸਨ ਜਿਸ ਤਰ੍ਹਾਂ ਅੰਗਰੇਜ਼ ਰੱਖਦੇ। ਅਤੇ ਔਰ ਹੋਰ ਵੀ ਜਿਹੜੇ ਉੱਥੇ ਰਹਿਣ ਸਹਿਣ ਦੇ ਤਰੀਕੇ ਹੋ ਸਨ, ਉੱਥੇ ਕਮਰੇ ਔਰ ਰਿਹਾਇਸ਼ ਇਸ ਤਰ੍ਹਾਂ ਦੀ ਬਣਾਈ ਹੋ ਸੀ ਜਿਸ ਤਰ੍ਹਾਂ ਅੰਗਰੇਜ਼ਾਂ ਦੀ ਹੁੰਦੀ। ਅਤੇ ਯਾਨੀ ਅਸੀਂ ਸਾਰੀਆਂ ਚੀਜ਼ਾਂ ਦੇ ਵਿੱਚ ਨਕਾਲੀ ਕਰ ਰਹੇ ਹਾਂ। ਅਤੇ ਮੇਰਾ ਕਹਿਣ ਦਾ ਮਕਸਦ ਇਹ ਹੈ ਵੀ ਇਹ ਵੀਡੀਓ ਇਤਨੀ ਲੰਬੀ ਤਾਂ ਮੈਂ ਪਹਿਲੀ ਨਹੀਂ ਕਰਨਾ ਚਾਹੁੰਦਾ, ਲੇਕਿਨ ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ ਵੀ ਤੁਸੀਂ ਪੰਜਾਬ ਦੇ ਬਾਰੇ ਦੇ ਵਿੱਚ ਕੁਝ ਦੱਸੋ ਕਿ ਕਿਸ ਤਰ੍ਹਾਂ ਦੇ ਚੀਜ਼ਾਂ ਜਿਹੜੀਆਂ ਉਹ ਤਿਆਰ ਕੀਤੀਆਂ ਜਾਣ, ਕਿਸ ਤਰ੍ਹਾਂ ਪੰਜਾਬ ਦੇ ਹਰ ਚੀਜ਼ ਨੂੰ ਦੁਬਾਰਾ ਤੋਂ, ਮੈਂ ਤਾਂ ਕਹਿੰਦਾ ਜ਼ਿੰਦਾ ਹੀ ਕਰਨੇ ਦੀ ਜ਼ਰੂਰਤ ਹੈ, ਕਿਉਂਕਿ ਪੰਜਾਬ ਤਾਂ ਗਵਾਚ ਗਿਆ, ਪੰਜਾਬ ਤਾਂ ਲੱਭਦਾ ਨਹੀਂ ਹੈ। ਕਿੱਥੇ ਹੈ ਪੰਜਾਬ? ਇੱਥੇ ਮੈਂ ਪਾਕਿਸਤਾਨ ਦੇ ਵਿੱਚ ਪਤਾ ਨਹੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ 'ਤੇ ਜਾਂਦਿਆਂ ਸਾਰੇ ਪਿੰਡਾਂ ਦੇ ਵਿੱਚੋਂ ਦੀ ਲੰਘ ਕੇ ਗਏ ਹਾਂ, ਅਤੇ ਮੈਨੂੰ ਕਦੇ ਪੰਜਾਬ ਸਾਰਾ ਗਵਾਚਿਆ ਨਜ਼ਰ ਆਇਆ। ਮਾਂ ਸਿਵਾਏ ਉਹਨਾਂ ਯਾਨੀ ਖੇਤੀਆਂ ਦੇ ਆਸ ਪਾਸ ਜਿੱਥੇ ਕੋਈ ਕਿਸਾਨ ਕੰਮ ਕਰ ਰਿਹਾ, ਅਤੇ ਉਹਨੇ ਕੋਈ ਮੁੰਡੇ ਦੇ ਕਈ ਸ਼ੀ ਰੱਖੀ ਹੈ ਅਤੇ ਧੋਤੀ ਪਾਈ ਹੈ, ਲੇਕਿਨ ਬਕਾਇਆ ਉਹ ਵੀ ਕੋਈ ਆਪਣੀ ਜ਼ੁਬਾਨ ਦੇ ਵਿੱਚ, ਆਪਣੇ ਚੀਜ਼ਾਂ ਦੇ ਵਿੱਚ ਕੋਈ ਪੰਜਾਬੀ ਨਹੀਂ, ਬਲਕਿ ਹੈ ਜੀ ਕੋਈ ਰਲਗੱਡ ਜਿਹਾ ਇਨਸਾਨ ਲੱਗਦਾ, ਕਿ ਉਸਨੂੰ ਵੀ ਥੋੜ੍ਹਾ ਜਿਹਾ ਇਹ ਅਹਿਸਾਸ ਹੋ ਗਿਆ ਕਿ ਨਹੀਂ, ਮੈਂ ਸ਼ਾਇਦ ਕਿਸੇ ਕੰਮ ਜੋਗਾ ਨਹੀਂ ਹਾਂ, ਮੇਰੀ ਜ਼ੁਬਾਨ ਕੋਈ ਠੀਕ ਨਹੀਂ ਹੈ, ਅਤੇ ਮੈਨੂੰ ਜਿਹੜਾ ਨਾ ਉਹ ਕਿਸੇ ਹੋਰ ਦੀ ਚੀਜ਼ਾਂ ਨੂੰ ਅਪਣਾ ਲੈਣਾ ਚਾਹੀਦਾ। ਉਹ ਸਾਰੇ ਤਰੀਕੇ ਤਾਂ ਅਸੀਂ ਨੇ ਉਹ ਕਰ ਦਿੱਤੇ। ਹੁਣ ਸਾਡੇ ਕੋਲ ਤਾਂ ਬਹੁਤ ਸਾਰੇ ਪੰਜਾਬ ਦੇ ਤਰੀਕੇ ਜਿਹੜੇ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਅਗਲੀ ਵੀਡੀਓ ਦੇ ਵਿੱਚ, ਲੇਕਿਨ ਇਸ ਵਕਤ ਮੇਰੀ ਇਹ ਤੁਹਾਡੇ ਨਾਲ ਗੁਜ਼ਾਰਿਸ਼ ਹੈ ਕਿ ਤੁਸੀਂ ਆਪਣੇ ਕਮੈਂਟਸ ਦੇ ਵਿੱਚ ਦੱਸੋ ਕਿ ਪੰਜਾਬ ਦੇ ਬਾਰੇ 'ਚ ਅਸੀਂ ਯਾਨੀ ਕਿਸ ਮੌਜ਼ੂ 'ਤੇ ਕਿਹੜੀ ਗੁਫ਼ਤਗੂ, ਕਿੰਨੀ ਚੀਜ਼ ਕਿਸ ਤਰੀਕੇ ਦੀ ਕਰਨੀ ਚਾਹੀਦੀ ਹੈ। ਕਿਉਂਕਿ ਸਭ ਤੋਂ ਵੱਡਾ ਮਸਲਾ ਤਾਂ ਇਹ ਹੈ ਕਿ ਹੁਣ ਤੁਸੀਂ ਪੰਜਾਬੀ ਜ਼ੁਬਾਨ ਲਿਖਣੀ, ਅਤੇ ਜਾਂ ਤੁਸੀਂ ਉਸਨੂੰ ਸ਼ਾਹਮੁਖੀ ਦੇ ਵਿੱਚ ਲਿਖੋਗੇ, ਅਤੇ ਜਾਂ ਜਿਹੜੀ ਉੱਪਰ ਇੰਡੀਆ ਵਾਲੇ ਪਾਸੇ ਉਹਨੂੰ ਕੀ ਕਹਿੰਦੇ ਹੋ, ਸੰਸਕ੍ਰਿਤ ਦੀ ਜ਼ੁਬਾਨ ਜਾਂ ਐਲਫਾਬੈਟ ਦਾ ਤਰੀਕਾ ਉਸ ਦੇ ਵਿੱਚ ਲਿਖੀ ਜਾਂਦੀ। ਸਾਡੀ ਆਪਣੀ ਜ਼ੁਬਾਨ ਲਿਖਣ ਦੇ ਕੋਈ ਅੱਖਰ ਵੀ ਨਹੀਂ ਹਨ, ਯਾਨੀ ਉਹ ਜਿਹੜੇ ਹਰੂਫ ਤਹਜੀ ਹੁੰਦੇ ਜਾਂ ਐਲਫਾਬੈਟਸ ਹੁੰਦੇ ਨੇ ਉਹ ਵੀ ਕੋਈ ਨਹੀਂ ਹਨ ਸਾਡੇ। ਅਤੇ ਸਾਡੇ ਤੁਸੀਂ 1 2 3 4 5 ਵੀ ਤੁਸੀਂ ਲਿਖਦੇ ਹੋ, ਅਤੇ ਉਹ ਵੀ ਤੁਸੀਂ ਕਿਸੇ ਦੂਜੇ ਦੀ ਜ਼ੁਬਾਨ ਵਿੱਚ ਲਿਖਦੇ ਹੋ। ਅਤੇ ਸਾਡੇ ਜ਼ੁਬਾਨ ਦੇ ਕੋਈ ਜਿਹੜੇ ਵੀ ਯਾਨੀ ਜ਼ੁਬਾਨ ਦੇ ਉੱਤੇ ਜ਼ਿਆਦਾ ਕਹਿ ਲਿਓ ਕਿ ਦਸਤਰਸ ਰੱਖਦੇ ਨੇ, ਜਾਂ ਉਹਨਾਂ ਨੂੰ ਜ਼ੁਬਾਨ ਜ਼ਿਆਦਾ ਅੱਛੀ ਸਮਝ ਆਉਂਦੀ ਹੈ ਔਰ ਉਹ ਦੇ ਬਾਰੇ ਜ਼ਿਆਦਾ ਤਹਿਕੀਕ ਉਹਨਾਂ ਨੇ ਕੀਤੀ ਹੈ, ਅਤੇ ਉਹ ਕੋਈ ਰੋਸ਼ਨੀ ਪਾਉਣ ਵੀ ਪੰਜਾਬੀ ਲਿਖਣੇ ਵਾਸਤੇ। ਔਰ ਇਹ ਸਾਰੀਆਂ ਕਮਜ਼ੋਰੀਆਂ ਜਿਹੜੀਆਂ ਇਹਦੇ 'ਚ ਮੌਜੂਦ ਹਨ, ਆਖਰ ਕੋਈ ਨਾ ਕੋਈ ਕੋਸ਼ਿਸ਼ ਕਰਦਾ ਅਤੇ ਉਹ ਚੀਜ਼ਾਂ ਦੂਰ ਹੋ ਜਾਂਦੀਆਂ ਜਿਹੜੀਆਂ ਕਿ ਖਰਾਬੀਆਂ ਹੁੰਦੀਆਂ। ਮੈਂ ਇੱਕ ਦਫਾ ਉਹ ਕੋਰੀਆ ਦੀ ਜ਼ੁਬਾਨ ਪੜ੍ਹ ਰਿਹਾ ਸਾਂ, ਅਤੇ ਉਹਨਾਂ ਕਿਹਾ ਜੀ ਕਿ ਕੁਝ ਸਾਲ ਪਹਿਲੇ, ਯਾਨੀ ਮੇਰੇ ਖਿਆਲ 'ਚ ਕੋਈ ਪਿਛਲੀ ਸਦੀ ਦੇ ਸ਼ੁਰੂ ਦੀ ਗੱਲ ਹੈ, ਕਿ ਉਹਨਾਂ ਦੀ ਜ਼ੁਬਾਨ ਜਿਹੜੀ ਸੀ ਬੜੀ ਮੁਸ਼ਕਿਲ ਸੀ, ਲੇਕਿਨ ਫਿਰ ਉਹਨਾਂ ਨੇ ਉਸ ਨੂੰ ਬਹੁਤ ਆਸਾਨ ਕੀਤਾ, ਔਰ ਹੁਣ ਤਾਂ ਮੇਰੇ ਖਿਆਲ 'ਚ ਉਸ ਕੋਰੀਅਨ ਜ਼ੁਬਾਨ ਨੂੰ ਤੁਸੀਂ ਪੜ੍ਹੋ ਅਤੇ ਤੁਸੀਂ ਕੁਝ 2-4 ਹਫ਼ਤੇ ਦੇ ਵਿੱਚ ਤੁਸੀਂ ਪੂਰੀ ਜ਼ੁਬਾਨ ਸਿੱਖ ਜਾਂਦੇ ਹੋ। ਤਾਂ ਸਾਨੂੰ ਲਫ਼ਜ਼ਾਂ ਦੇ ਮਾਨੀ ਸ਼ਾਇਦ ਤੁਹਾਨੂੰ ਨਾ, ਲੇਕਿਨ ਤੁਸੀਂ ਪੜ੍ਹ ਸਕਦੇ ਹੋ ਵੀ ਇਹ ਲਫ਼ਜ਼ ਕੀ ਲਿਖਿਆ, ਉਹਨਾਂ ਨੇ ਆਪਣਾ ਉਸ ਦਾ ਸਕ੍ਰਿਪਟ ਜਿਹੜਾ ਉਹਨਾਂ ਨੇ ਤਿਆਰ ਕੀਤਾ। ਅਤੇ ਪੰਜਾਬ ਦੇ ਬਾਰੇ 'ਚ ਵੀ ਕੋਈ ਇਹ ਜਿਹੀ ਕੋਸ਼ਿਸ਼ ਹੋ ਸਕਦੀ ਹੈ। ਅਤੇ ਇਸ ਵਜ੍ਹਾ ਤੋਂ ਮੈਂ ਤੁਹਾਡੇ ਨਾਲ ਇਹ ਚੀਜ਼ ਸ਼ੇਅਰ ਕਰਨਾ ਹੈ ਕਿ ਮੇਰਾ ਪੰਜਾਬ ਗਵਾਚ ਗਿਆ, ਮੈਂ ਉਸ ਨੂੰ ਲੱਭਦਾ। ਜਦੋਂ ਬਚਪਨ ਵਿੱਚ ਮੈਂ ਤੱਕਦਾ ਸਾਂ ਵੀ ਫਸਲਾਂ ਦੇ ਉਹ ਟਾਂਡੇ ਅਤੇ ਉਹ ਕਣਕਾਂ ਦੀ ਗਰੀਆਂ ਲੱਗੀਆਂ ਅਤੇ ਪੱਸੇ ਲੱਗੇ, ਅਤੇ ਉੱਥੇ ਜ਼ਮੀਂਦਾਰ ਹੁੰਦੇ, ਫਿਰ ਆਪਣੀਆਂ ਦਾਲਾਂ ਦੂਲਾਂ ਅਤੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਸਨ, ਫਿਰ ਸ਼ਾਦੀਆਂ ਹੁੰਦੀਆਂ ਸਨ ਅਤੇ ਉਹਦੇ 'ਚ ਬੜੇ ਬੜੇ ਰਸਮਾਂ ਹੁੰਦੀਆਂ ਸਨ। ਅਤੇ ਹੁਣ ਤਾਂ ਬਿਲਕੁਲ ਹੀ ਇਸ ਤਰ੍ਹਾਂ ਲੱਗਦਾ ਵੀ ਅਸੀਂ ਤਾਂ ਕੋਈ ਜਿਹੜਾ ਬਾਲੀਵੁੱਡ ਦਾ ਕਲਚਰ ਹੈ ਸਾਡੀ ਸ਼ਾਦੀਆਂ 'ਚ, ਅਤੇ ਉਸ ਤਰ੍ਹਾਂ ਦਾ ਕੋਈ ਆ ਗਿਆ। ਸਾਡੇ ਤਾਂ ਬੜੇ ਜ਼ਬਰਦਸਤ ਚੀਜ਼ਾਂ ਸਨ ਪੰਜਾਬ ਦੀਆਂ, ਅਤੇ ਕੋਈ ਕੋਸ਼ਿਸ਼ ਕਰੀਏ ਵੀ ਸ਼ਾਇਦ ਅਸੀਂ ਪੰਜਾਬ ਨੂੰ
ਵਾਪਸ ਕਰ ਸਕੀਏ। ਮੇਰਾ ਤਾਂ ਦਿਲ ਕਰਦਾ ਵੀ ਅਗਰ ਕੋਈ ਪੰਜਾਬ ਦੇ ਯਾਨੀ ਲੋਕ ਇਹੋ ਜਿਹੇ ਇਕੱਠੇ ਹੋਣ ਵੀ ਅਸੀਂ ਕੋਈ 100-200 ਕਿੱਲੇ ਜ਼ਮੀਨ ਕਿਸੇ ਜਗ੍ਹਾ 'ਤੇ ਕਰਕੇ ਤੇ ਅਸੀਂ ਇੱਕ ਨਵਾਂ ਪਿੰਡ ਵਸਾਈਏ ਕਿ ਜਿਸ ਦੇ ਵਿੱਚ ਉਹ ਪੰਜਾਬ ਕਰੀਏ ਜਿਹੜਾ ਕਿ ਅੱਜ ਤੋਂ ਕੋਈ 50 ਸਾਲ ਪਹਿਲੇ ਜਾਂ 100 ਸਾਲ ਪਹਿਲੇ ਪੰਜਾਬ ਸੀ। ਤੇ ਫਿਰ ਸ਼ਾਇਦ ਅਸੀਂ ਕਿਸੇ ਪਾਸੇ ਨਿਕਲੀਏ ਵੀ ਸਾਡੀ ਜਿਹੜੀ ਹੈ ਅਸੀਂ ਆਪਣੇ ਪੰਜਾਬ 'ਤੇ ਫਖਰ ਕਰਨ ਵਾਲੇ ਲੋਕ ਬਣੀਏ, ਨਾ ਕਿ ਅਸੀਂ ਦੂਜੀਆਂ ਬੋਲੀਆਂ ਬੋਲ ਕੇ ਤੇ ਆਪਣੇ ਆਪ ਨੂੰ ਐਵੇਂ ਨੀਵਾਂ ਨੀਵਾਂ ਕਰਦੇ ਜਾ ਰਹੇ। ਇਸ ਦੇ ਉੱਤੇ ਮੈਂ ਗੱਲ ਕਰਨਾ ਚਾਹੁੰਦਾ ਸਾਂ ਔਰ ਮਜ਼ੀਦ ਵੀ ਕਰਾਂਗਾ। ਤੇ ਤੁਹਾਡੇ ਤੋਂ ਇਹ ਗੁਜ਼ਾਰਿਸ਼ ਹੈ ਵੀ ਤੁਸੀਂ ਮਦਦ ਕਰੋ ਕਿ ਇਸ ਦੇ ਉੱਤੇ ਦੀ ਹੋਰ ਕੀ ਚੀਜ਼ ਹੋ ਸਕਦੀ। ਤੇ ਮੇਰਾ ਨਾਮ ਹੈ ਫੈਲਮ ਮਲਿਕ ਤੇ ਇਹ ਜਿਹੜਾ ਮੇਰਾ ਚੈਨਲ ਹੈ ਇਹ ਸਰਕਾਰ ਦੇ ਨਾਂ ਦੇ ਨਾਲ। ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਅੱਲਾ ਸੁਣਨੇ ਵਾਲੇ ਜਿੰਦੇ ਰਹੋ, ਪੰਜਾਬ ਦੇ ਲੋਕ ਜਿੰਦੇ ਰਹੋ।